ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੇ ਅੰਦਰ ਟਿਕਾ ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਜਦੋਂ ਤੱਕ ਸਾਡੀ ਜ਼ਿੰਦਗੀ 'ਚ ਸਹਿਜ ਨਹੀਂ ਆਉਂਦਾ, ਠਹਿਰਾਓ ਨਹੀਂ ਆਉਂਦਾ, ਉਦੋਂ ਤੱਕ ਅਸੀਂ ਜ਼ਿੰਦਗੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਨੇੜੇ ਹੋ ਕੇ ਨਹੀਂ ਦੇਖ ਸਕਦੇ, ਡੂੰਘਾਈ ਦੇ ਵਿੱਚ ਨਹੀਂ ਦੇਖ ਸਕਦੇ। ਅਤੇ ਜਦੋਂ ਤੱਕ ਨੇੜੇ ਹੋ ਕੇ ਨਹੀਂ ਦੇਖਾਂਗੇ ਉਦੋਂ ਤੱਕ ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਸਾਨੂੰ ਹੱਲ ਵੀ ਨਜ਼ਰ ਨਹੀਂ ਆਉਂਦਾ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਅੰਦਰ ਠਹਿਰਾਓ ਲੈ ਕੇ ਆਈਏ, ਸਹਿਜ ਹੋਣਾ ਬੜਾ ਲਾਜ਼ਮੀ ਹੈ। ਅਤੇ ਮੇਰੇ ਧਿਆਨ ਦੇ ਵਿੱਚ ਆ ਰਿਹਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਚੀ ਗਈ ਹੋਣੀ, 35 ਮਹਾਂਪੁਰਖਾਂ ਨੇ ਜੋ ਸਾਨੂੰ ਇਨਕਲਾਬੀ ਇੱਕ ਵਿਚਾਰਧਾਰਾ ਦਿੱਤੀ ਹੈ, ਤਾਂ ਆਪਾਂ ਗੁਰਬਾਣੀ ਨੂੰ ਵੀ ਦੇਖੀਏ ਤਾਂ ਬਾਰ-ਬਾਰ ਜਿਹੜਾ ਸ਼ਬਦ ਦੁਹਰਾਇਆ ਗਿਆ ਉਹ ਹੈ ਰਹਾਓ। ਤਕਰੀਬਨ ਹਰ ਸ਼ਬਦ ਦੇ ਵਿੱਚ ਰਹਾਓ ਦੀਆਂ ਪੰਕਤੀਆਂ, ਅਤੇ ਰਹਾਓ ਦਾ ਅਰਥ ਹੈ ਅੱਖਰੀ ਠਹਿਰਾਓ, ਰੁਕ ਜਾਣਾ। ਰੁਕਣ ਦੀ ਗੱਲ ਬਾਰ-ਬਾਰ ਗੁਰੂ ਸਾਹਿਬ ਕਿਉਂ ਕਰ ਰਹੇ ਆ? ਜੇ ਆਪਾਂ ਦੇਖੀਏ ਕਿ ਅੱਜ ਵੀ ਸਾਡਾ ਜਿਹੜਾ ਬਹੁਤਾ ਜ਼ੋਰ ਹੈ ਨਾ ਧਾਰਮਿਕਤਾ ਦੇ ਵਿੱਚ, ਉਹ ਪਾਠ ਪੜ੍ਹਨ 'ਤੇ ਲੱਗਿਆ ਹੋਇਆ। ਮਤਲਬ ਜਪਜੀ ਸਾਹਿਬ ਦਾ ਪਾਠ, ਆਨੰਦ ਸਾਹਿਬ ਦਾ ਪਾਠ ਕਰ ਲਿਆ 20 ਮਿੰਟ ਦੇ ਵਿੱਚ। ਇੱਦਾਂ ਅਸੀਂ ਪਾਠ ਕਰਨ 'ਚ ਕੋਤਰੀਆਂ ਚੱਲ ਰਹੀਆਂ, ਬੜਾ ਕੁਝ ਸਾਡੀ ਕੌਮ ਦੇ ਵਿੱਚ ਹੋ ਰਿਹਾ। ਪਰ ਬਾਰ-ਬਾਰ ਗੁਰੂ ਸਾਹਿਬ ਜੀ ਨੇ ਕਿਹਾ ਰੁਕ ਜਾ, ਠਹਿਰ ਜਾ, ਕਿਉਂਕਿ ਸਹਿਜ ਦੇ ਵਿੱਚ ਜੋ ਆਨੰਦ ਹੈ ਨਾ, ਉਹ ਜ਼ਿੰਦਗੀ ਦਾ ਅਸਲੀ ਆਨੰਦ ਹੈ। ਜਦੋਂ ਸਾਡੀ ਜ਼ਿੰਦਗੀ ਸਟੈਪ ਬਾਏ ਸਟੈਪ ਚੱਲਦੀ ਹੈ, ਸਹਿਜ ਦੇ ਨਾਲ ਚੱਲਦੀ ਹੈ, ਤਾਂ ਬੜੀ ਸੋਹਣੀ ਲੱਗਦੀ ਹੈ, ਬੜੀ ਆਨੰਦ ਭਰਪੂਰ ਹੁੰਦੀ ਹੈ। ਤਾਂ ਰਹਾਓ ਗੁਰੂ ਪਾਤਸ਼ਾਹ ਜੀ ਨੇ ਬਹੁਤ ਵਾਰ ਗੁਰਬਾਣੀ ਦੇ ਅੰਦਰ ਵਰਤਿਆ ਵੀ ਠਹਿਰ ਜਾ, ਰੁਕ ਜਾ। ਅਤੇ ਆਪਾਂ ਪੰਜਾਬੀ ਦੀ ਗ੍ਰਾਮਰ ਦੇਖ ਲਓ, ਜਿੱਥੇ ਸੈਂਟੈਂਸ ਪੂਰਾ ਹੋ ਜਾਂਦਾ, ਇੱਕ ਵਾਕ ਪੂਰਾ ਹੋ ਜਾਂਦਾ, ਉੱਥੇ ਇੱਕ ਡੰਡੀ ਲੱਗੀ ਹੁੰਦੀ। ਅਤੇ ਗੁਰਬਾਣੀ 'ਚ ਹਰੇਕ ਤੁਕ ਤੋਂ ਬਾਅਦ ਦੋ ਡੰਡੀਆਂ ਲੱਗੀਆਂ ਹੋਈਆਂ, ਹਰ ਇੱਕ ਤੁਕ ਤੋਂ ਬਾਅਦ 2 ਡੰਡੀਆਂ। ਮਤਲਬ ਮੈਨੂੰ ਇੱਦਾਂ ਲੱਗਦਾ ਕਿ ਗੁਰੂ ਸਾਹਿਬ ਜੀ ਸਾਡੇ ਪਾਤਸ਼ਾਹ ਜਦੋਂ ਬਾਣੀ ਉਚਾਰਦੇ ਹੋਣੇ ਤਾਂ ਮਨ ਦੇ ਵਿੱਚ ਇੱਦਾਂ ਦੇ ਵਿਚਾਰ ਆਉਂਦੇ ਕਿ ਜੋ ਇਸ ਬਾਣੀ ਨੂੰ ਸਮਝਣਗੇ, ਜੋ ਪੜ੍ਹਨਗੇ, ਉਹ ਜ਼ਿੰਦਗੀ 'ਤੇ ਲਾਗੂ ਕਰ ਸਕਣ। ਅਤੇ ਲਾਗੂ ਤਾਂ ਕਰਨਗੇ ਜੇ ਉਹਨਾਂ ਦੀ ਜ਼ਿੰਦਗੀ 'ਚ ਠਹਿਰਾਓ ਹੋਏਗਾ। ਇਹ ਡੰਡੀਆਂ ਸਾਨੂੰ ਕੁਝ ਨਾ ਕੁਝ ਕਹਿੰਦੀਆਂ ਨੇ ਵੀ ਭਾਈ ਜੋ ਪੰਕਤੀ 'ਤੇ ਪੜ੍ਹੀ ਹੈ ਨਾ, ਜੋ ਤੁਕ ਪੜ੍ਹੀ ਹੈ, ਉਹਨੂੰ ਵਿਚਾਰ ਲੈ, ਸਮਝ ਲੈ, ਇੰਪਲੀਮੈਂਟ ਕਰ ਲੈ, ਫਿਰ ਅੱਗੇ ਵਧੀ, ਫਿਰ ਅੱਗੇ ਚੱਲੀ। ਰਹਾਓ, ਰੁਕ ਜਾ। ਅਤੇ ਜੇਕਰ ਸਾਡੀ ਜ਼ਿੰਦਗੀ 'ਚ ਸਹਿਜ ਨਾ ਹੋਵੇ, ਫਿਰ ਅਸੀਂ ਰੁਕ ਕੇ ਕਦੇ ਦੇਖਦੇ ਨਹੀਂ ਮੇਰੇ ਤੋਂ ਜ਼ਿੰਦਗੀ 'ਚ ਗਲਤ ਕੀ ਹੋ ਰਿਹਾ, ਮੇਰੀ ਜ਼ਿੰਦਗੀ ਦਾ ਹਾਲ ਕੈਸਾ ਹੋ ਗਿਆ। ਸੋ ਇਸ ਕਰਕੇ ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਜਿਵੇਂ ਆਪਾਂ ਦੇਖੀਏ ਕਿਸੇ ਸੰਸਥਾ ਦੇ ਵਿੱਚ CCTV ਕੈਮਰੇ ਲੱਗੇ ਹੋਣ, ਅਤੇ ਜਦੋਂ ਉੱਥੇ ਕੋਈ 19-21 ਗੱਲ ਹੋ ਜਾਏ, ਕੋਈ ਚੋਰੀ ਹੋ ਜਾਏ, ਕੋਈ ਵਾਰਦਾਤ ਵਾਪਰ ਜਾਏ, ਤਾਂ ਉੱਥੋਂ ਦੇ ਜਿਹੜੇ ਮੈਨੇਜਮੈਂਟ ਵਾਲੇ ਆ ਉਹ ਕੈਮਰੇ ਚੈੱਕ ਕਰਨ, ਤਾਂ ਉਹ ਦੇਖਦੇ ਆ ਵੀ ਜਿਹੜੇ ਕੈਮਰੇ ਚੈੱਕ ਕਰਦੇ ਜਾਂਦੇ ਆ ਵੀ ਕਿਹੜੇ ਪਲ ਦੇ ਵਿੱਚ, ਕਿਹੜੇ ਮਿੰਟ ਦੇ ਵਿੱਚ ਉਹ ਚੋਰੀ ਹੋਈ ਆ, ਕਿਹੜੇ ਪਲ ਦੇ ਵਿੱਚ ਉਹ ਘਟਨਾ ਵਾਪਰੀ ਆ। ਬੜਾ ਸਹਿਜ ਦੇ ਨਾਲ, ਬੜਾ ਨੇੜੇ ਤੋਂ ਜਾ ਕੇ ਦੇਖਦੇ ਆ। ਸੋ ਇਸ ਤਰ੍ਹਾਂ ਸਾਡੀ ਜ਼ਿੰਦਗੀ ਵੀ ਸਹਿਜ ਦੇ ਵਿੱਚ ਹੋਵੇ ਤਾਂ ਸਾਨੂੰ ਪਤਾ ਲੱਗਦਾ ਵੀ ਕਿਹੜੀ ਮੂਮੈਂਟ ਦੇ ਵਿੱਚ ਮੈਂ ਗਲਤੀ ਕੀਤੀ ਆ, ਕਿਹੜੇ ਪਲ ਦੇ ਵਿੱਚ ਮੈਂ ਕੁਝ ਜ਼ਿੰਦਗੀ 'ਚ ਗਲਤ ਕੀਤਾ। ਅਤੇ ਉਹ ਗਲਤੀਆਂ ਨੂੰ ਜਦੋਂ ਸਾਨੂੰ ਦੇਖਣਾ ਆ ਜਾਊਗਾ ਤਾਂ ਉਹਨਾਂ ਗਲਤੀਆਂ ਨੂੰ ਸਵੀਕਾਰ ਕਰਕੇ, ਮੰਨ ਕੇ ਅੱਗੇ ਵਧਣਾ ਵੀ ਆ ਜਾਣਾ, ਵਿਕਸਿਤ ਹੋਣਾ ਵੀ ਆ ਜਾਣਾ। ਸੋ ਇਸ ਕਰਕੇ ਸਹਿਜ ਦੀ, ਟਿਕਾ ਦੀ ਬੜੀ ਵੱਡੀ ਜ਼ਰੂਰਤ ਆ ਸਾਡੀ ਜ਼ਿੰਦਗੀ 'ਚ। ਅਸੀਂ ਪੜ੍ਹੀ ਜਾਂਦੇ ਹਾਂ, ਵਾਰ-ਵਾਰ ਪੜ੍ਹ ਰਹੇ ਹਾਂ ਬਾਣੀ ਨੂੰ, ਰੱਟੇ ਲੱਗ ਰਹੇ ਆ ਬਾਣੀ ਦੇ। ਭਗਤ ਕਬੀਰ ਜੀ ਆਸਾ ਰਾਗ 'ਚ ਕਹਿੰਦੇ ਆ ਨਾ, ਉਹ ਕਹਿੰਦੇ ਸਨਕ ਸਨੰਦ ਤੇਰਾ ਅੰਤ ਨਾ ਪਾਇਆ, ਵੇਦ ਪੜ੍ਹੇ ਪੜ੍ਹ ਬ੍ਰਹਮੇ ਜਨਮ ਗਵਾਇਆ। ਬ੍ਰਹਮੇ ਦਾ ਪੁੱਤਰ ਸਨਕ ਸਨੰਦ, ਕਹਿੰਦੇ ਉਹਨੇ ਵੀ ਅੰਤ ਨਹੀਂ ਪਾਇਆ। ਮਤਲਬ ਪੜ੍ਹਿਆ, ਵੇਦ ਲਿਖੇ ਬ੍ਰਹਮੇ ਦੇ, ਸਨਕ ਸਨੰਦ ਪੜ੍ਹਦਾ ਰਿਹਾ, ਪਰ ਪੜ੍ਹਨ ਤੋਂ ਬਾਅਦ ਕੀ ਉਹ ਜ਼ਿੰਦਗੀ ਦੇ ਆਨੰਦ ਨੂੰ ਮਾਣ ਸਕਿਆ, ਕਿ ਉਹ ਆਪਣੇ ਅੰਦਰ ਦੇ ਰੱਬ ਨੂੰ ਮਿਲ ਸਕਿਆ। ਤਾਂ ਇੱਥੇ ਤਾਂ ਫਿਰ ਸਾਡੀ ਕੌਮ ਦੀ ਵੀ ਗੱਲ ਆ ਜਾਂਦੀ ਹੈ ਵੀ ਪੜ੍ਹੀ ਜਾਂਦੇ ਆ, ਕੋਤਰੀਆਂ ਚੱਲ ਰਹੀਆਂ, 5-5 6-6 ਅਖੰਡ ਪਾਠ ਇਤਿਹਾਸਿਕ ਗੁਰਦੁਆਰਿਆਂ 'ਚ ਚੱਲੀ ਜਾਂਦੇ, ਹੈ ਨਾ, ਪੜ੍ਹ ਗੱਡੇ ਲੱਦੀ ਹੈ। ਸੋ ਪੜ੍ਹੀ ਜਾਂਦੇ ਆ, ਪਰ ਪੜ੍ਹਨ ਤੋਂ ਬਾਅਦ ਸਮਝ ਕੇ ਜੋ ਇੰਪਲੀਮੈਂਟ ਕਰਨ ਦੀ, ਜ਼ਿੰਦਗੀ 'ਚ ਲਾਗੂ ਕਰਨ ਦੀ ਗੱਲ ਹੈ, ਉਹ ਸਹਿਜ ਤੋਂ ਬਿਨਾਂ ਨਹੀਂ ਆਉਣੀ, ਟਿਕਾ ਤੋਂ ਬਿਨਾਂ ਨਹੀਂ ਆਉਣੀ। ਜੇ ਜ਼ਿੰਦਗੀ 'ਚ ਸਹਿਜ ਹੋਏਗਾ ਫਿਰ ਹੀ ਅਸੀਂ ਉਸ ਗੱਲ ਨੂੰ ਮਾਣ ਸਕਦੇ ਹਾਂ। ਅਤੇ ਜੇਕਰ ਜ਼ਿੰਦਗੀ 'ਚ ਸਹਿਜ ਨਾ ਹੋਇਆ, ਟਿਕਾ ਨਾ ਹੋਇਆ, ਕਿਉਂਕਿ ਦੇਖੋ
ਆਪਾਂ ਜਦੋਂ ਜ਼ਿੰਦਗੀ ਦੇ ਫੈਸਲੇ ਲੈਂਦੇ ਆ ਨਾ, ਘਰ ਦੇ ਵਿੱਚ ਕੋਈ ਲੜਾਈ ਝਗੜਾ ਹੋ ਗਿਆ ਤਾਂ ਘਰ ਦੇ ਕਿਸੇ ਮੈਂਬਰ ਨੇ ਕੋਈ ਇੱਦਾਂ ਦਾ ਫੈਸਲਾ ਲੈ ਲਿਆ ਜਿਹੜਾ ਗੁੱਸੇ ਤੋਂ ਪ੍ਰੇਰਿਤ ਸੀ, ਜਿਹੜਾ ਜਲਦਬਾਜ਼ੀ ਦੇ ਵਿੱਚ ਲਿਆ ਗਿਆ, ਉਹ ਉਸ ਦਾ ਵੀ ਨੁਕਸਾਨ ਕਰੇਗਾ ਤੇ ਪਰਿਵਾਰ ਦੇ ਬਾਕੀ ਜੀਆਂ ਦਾ ਵੀ ਨੁਕਸਾਨ ਹੋਣਾ ਹੈ, ਕਿਉਂਕਿ ਜਲਦਬਾਜ਼ੀ ਦੇ ਵਿੱਚ ਫੈਸਲਾ ਲਿਆ ਗਿਆ, ਗੁੱਸੇ ਦੇ ਵਿੱਚ ਫੈਸਲਾ ਲਿਆ। ਤੇ ਜੇ ਕਿਤੇ ਗੁਰਬਾਣੀ ਦੇ ਵਿੱਚ ਆਇਆ ਬਾਰ-ਬਾਰ ਰਹਾਓ ਦਾ ਸ਼ਬਦ ਸਾਨੂੰ ਸੰਕੇਤ ਹੈ ਕਿ ਸਾਰਾ ਕਿਤੇ ਇਹ ਤਾਂ ਨਹੀਂ ਕਰ ਰਿਹਾ ਵੀ ਜਦੋਂ ਜ਼ਿੰਦਗੀ ਦਾ ਕੋਈ ਫੈਸਲਾ ਲੈਣਾ ਤਾਂ ਠਹਿਰ ਜਾਓ, ਰੁਕ ਜਾਓ, ਵਿਚਾਰ ਲਓ ਇੱਕ ਵਾਰ। ਜੋ ਕੁਝ ਤੁਸੀਂ ਕਰਨ ਜਾ ਰਹੇ ਹੋ ਉਹਦੇ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਕੀ ਹਾਲ ਹੋਣਾ ਹੈ, ਉਹ ਤੁਹਾਡੇ ਲਈ ਚੰਗਾ ਹੈ ਜਾਂ ਮਾੜਾ ਹੈ। ਠਹਿਰ ਕੇ ਵਿਚਾਰਨਾ। ਬਾਰ-ਬਾਰ ਗੁਰੂ ਸਾਹਿਬ ਜੀ ਨੇ ਰਹਾਓ ਦੀ ਜਿਹੜੇ ਸੈਂਟੈਂਸ ਸਾਨੂੰ ਬਾਰ-ਬਾਰ ਆਖੇ। ਸੋ ਇਸ ਕਰਕੇ ਸਾਡਾ ਧਿਆਨ ਦੇਣਾ ਬਣਦਾ ਵੀ ਗੁਰਬਾਣੀ ਨੂੰ ਅਸੀਂ ਜਦੋਂ ਪ੍ਰੈਕਟੀਕਲੀ ਜ਼ਿੰਦਗੀ ਦੇ ਅੰਦਰ ਲਾਗੂ ਕਰੀਏ ਤਾਂ ਠਹਿਰਾਅ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ। ਮਾਂ ਦੇ ਨਾਲ ਇੱਕ ਬੱਚੇ ਦੀ ਲੜਾਈ ਹੋ ਗਈ ਤਾਂ ਸੋਚਣਾ ਬਣਦਾ ਵੀ ਮਾਂ ਤੋਂ ਬਿਨਾਂ ਕੀ ਮੇਰਾ ਸਰ ਸਕਦਾ, ਬਾਪੂ ਤੋਂ ਬਿਨਾਂ ਮੈਂ ਸਾਰ ਲੈਣਾ, ਕੀ ਇਹ ਪਰਿਵਾਰ ਤੋਂ ਬਿਨਾਂ ਮੇਰਾ ਕੁਝ ਸਰ ਸਕਦਾ। ਜੇ ਇੱਦਾਂ ਉਹ ਵਿਚਾਰਨ ਲੱਗ ਗਿਆ ਤਾਂ ਉਹਨੂੰ ਪਤਾ ਲੱਗਣਾ ਵੀ ਨਹੀਂ, ਇਹ ਲਾਜ਼ਮੀ ਆ ਮੇਰੇ ਲਈ, ਇਹ ਬੜਾ ਜ਼ਰੂਰੀ ਆ। ਤੇ ਕਈ ਵਾਰ ਅਸੀਂ ਜਲਦਬਾਜ਼ੀ ਦੇ ਵਿੱਚ ਆ ਕੇ ਇੱਦਾਂ ਦੇ ਫੈਸਲੇ ਲੈ ਲੈਂਦੇ ਹਾਂ ਜੋ ਸਾਡੀ ਜ਼ਿੰਦਗੀ 'ਚ ਜ਼ਰੂਰੀ ਹੁੰਦੇ ਨੇ, ਅਸੀਂ ਉਹਨਾਂ ਨੂੰ ਵੀ ਛੱਡ ਬੈਠਦੇ ਹਾਂ। ਅਤੇ ਬਾਅਦ ਦੇ ਵਿੱਚ ਜਦੋਂ ਉਹ ਜਲਦਬਾਜ਼ੀ ਜਿਹੜੀ ਠੰਡੀ ਪੈਂਦੀ ਹੈ, ਗੁੱਸਾ ਠੰਡਾ ਹੁੰਦਾ, ਫਿਰ ਸਾਨੂੰ ਪਛਤਾਵਾ ਹੁੰਦਾ ਵੀ ਨਹੀਂ, ਇਹ ਮੈਂ ਨਹੀਂ ਕਰਨਾ ਸੀ। ਸੋ ਇੱਦਾਂ ਦੇ ਫੈਸਲਿਆਂ ਤੋਂ ਅਸੀਂ ਬਚ ਸਕਦੇ ਹਾਂ ਜੇ ਜ਼ਿੰਦਗੀ 'ਚ ਠਹਿਰਾਅ ਹੋਏਗਾ, ਸਹਿਜ ਹੋਏਗਾ। ਇਸੇ ਕਰਕੇ ਗੁਰੂ ਸਾਹਿਬ ਜੀ ਬਾਣੀ ਦੇ ਅੰਦਰ ਆਖਦੇ ਨੇ, ਉਹ ਕਹਿੰਦੇ ਹਰ ਕਾ ਬਿਲੋਬ ਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਕਹਿੰਦੇ ਆਪਣੀ ਜ਼ਿੰਦਗੀ ਦੇ ਅੰਦਰ ਸਹਿਜ ਨੂੰ ਲਾਗੂ ਕਰੋ, ਆਪਣੀ ਜ਼ਿੰਦਗੀ ਦੇ ਅੰਦਰ ਸਹਿਜ ਨੂੰ ਸੰਗ੍ਰਹਿਣ ਕਰੋ ਤਾਂ ਕਿ ਇਹਦਾ ਤੱਤ ਨਾ ਖਤਮ ਹੋਵੇ। ਜਿਵੇਂ ਦੁੱਧ ਰਿੜਕਿਆ ਜਾਂਦਾ ਨਾ, ਤੌੜੀ ਦੇ ਵਿੱਚ ਦੁੱਧ ਪਾਇਆ ਜਾਂਦਾ ਤੇ ਦੁੱਧ ਨੂੰ ਸਹਿਜ ਦੇ ਨਾਲ ਰਿੜਕਿਆ ਜਾਂਦਾ, ਇੱਕ ਲੈ ਦੇ ਵਿੱਚ ਰਿੜਕਿਆ ਜਾਂਦਾ, ਨਿਰੰਤਰ ਜਿਹੜਾ ਰਿੜਕਣਾ ਉਹਦੇ ਵਿੱਚ ਵੱਜਦਾ ਰਹਿੰਦਾ ਤੇ ਹੌਲੀ ਹੌਲੀ ਉਹਦੇ ਉੱਪਰ ਜਿਹੜਾ ਤੱਤ ਪਦਾਰਥ ਹੈ, ਤੱਤ ਹੈ ਮੱਖਣ, ਤੇ ਉਹ ਮੱਖਣ ਉੱਪਰ ਆ ਜਾਂਦਾ। ਤੇ ਹੁਣ ਮੱਖਣ ਹੀ ਜੇ ਨਾ ਆਇਆ ਫਿਰ ਰਿੜਕਣ ਦਾ ਕੋਈ ਫਾਇਦਾ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਆਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਤੌੜੀ ਹੈ, ਇਹ ਮਟਕੀ ਹੈ, ਤਨ ਕਰ ਮਟਕੀ। ਇਹ ਸਰੀਰ ਮਟਕੀ ਹੈ, ਇਹਦੇ ਵਿੱਚ ਵਿਚਾਰਾਂ ਦਾ ਦੁੱਧ ਹੈ ਤੇ ਉਸ ਦੁੱਧ ਨੂੰ ਤੂੰ ਆਪਣੀ ਕਾਮਨ ਸੈਂਸ ਦੇ ਨਾਲ ਰਿੜਕ, ਦੇਖ ਉਹਦੇ ਵਿੱਚ ਕੀ ਸਹੀ ਹੈ ਤੇ ਕੀ ਗਲਤ ਹੈ। ਤੇ ਜੇਕਰ ਤੇਰਾ ਰਿੜਕਣਾ ਇਦਾਂ ਦਾ ਹੋਇਆ, ਤੱਤ ਖਤਮ ਹੋ ਗਿਆ। ਤੱਤ ਕੀ ਹੈ ਇੱਥੇ? ਆਨੰਦ, ਖੁਸ਼ੀ, ਖੇੜਾ। ਤੇ ਜੇ ਜ਼ਿੰਦਗੀ ਦਾ ਤੱਤ ਖਤਮ ਹੋ ਗਿਆ, ਖੁਸ਼ੀ ਖਤਮ ਹੋ ਗਈ ਜ਼ਿੰਦਗੀ ਚੋਂ, ਹੈਪੀਨੈਸ ਨਾ ਰਹੀ, ਤਾਂ ਫਿਰ ਐਸੀ ਜ਼ਿੰਦਗੀ ਨੂੰ ਜਿਉਣ ਦਾ ਕੀ ਫਾਇਦਾ? ਭਾਵ ਰਿੜਕਣ ਦਾ ਕੀ ਫਾਇਦਾ ਜੇ ਮੱਖਣ ਹੀ ਪ੍ਰਾਪਤ ਨਾ ਹੋਇਆ। ਤਾਂ ਗੁਰਦੇਵ ਜੀ ਨੇ ਇੱਦਾਂ ਦੀਆਂ ਉਦਾਹਰਨਾਂ ਸਾਨੂੰ ਬਾਣੀ ਦੇ ਵਿੱਚ ਦੇ ਕੇ ਦੱਸਿਆ, ਭਾਈ ਆਨੰਦ ਬੜਾ ਜ਼ਰੂਰੀ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਅਸੀਂ ਸੱਚੇ ਗਿਆਨ ਦੇ ਨਾਲ ਜੁੜ ਜਾਂਦੇ ਹਾਂ, ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਸਿੱਖਣ ਵਾਲੇ ਐਟੀਟਿਊਡ ਦੇ ਨਾਲ ਜਿਉਣ ਲੱਗ ਜਾਂਦੇ ਹਾਂ, ਤਾਂ ਜ਼ਿੰਦਗੀ ਦੇ ਅੰਦਰ ਆਨੰਦ ਆ ਜਾਂਦਾ ਹੈ। ਸੋ ਇਸ ਆਨੰਦ ਦਾ ਹੋਣਾ ਬੜਾ ਲਾਜ਼ਮੀ ਹੈ, ਨਹੀਂ ਤਾਂ ਜ਼ਿੰਦਗੀ ਜਿਉਣ ਦੇ ਵਿੱਚ ਜ਼ਿੰਦਗੀ ਸਾਨੂੰ ਸੁੰਨੀ ਸੁੰਨੀ ਲੱਗਣ ਲੱਗ ਜਾਂਦੀ ਹੈ, ਜ਼ਿੰਦਗੀ ਸਾਨੂੰ ਵਰੀਨ ਲੱਗਣ ਲੱਗ ਜਾਂਦੀ ਹੈ, ਰੰਗੀਨ ਨਹੀਂ ਬਣਦੀ ਜ਼ਿੰਦਗੀ ਆਨੰਦ ਤੋਂ ਬਿਨਾਂ। ਤੇ ਇਹ ਆਨੰਦ ਹੈ ਜਿਹੜਾ ਇਹ ਗਿਆਨ ਦੇ ਵਿੱਚੋਂ ਮਿਲਣਾ, ਸਤਿਗੁਰੂ ਮੈਂ ਪਾਇਆ। ਤੇ ਸਿੱਖਣ ਦਾ ਜਿਹੜਾ ਐਟੀਟਿਊਡ ਹੈ ਉਹ ਬੜਾ ਲਾਜ਼ਮੀ ਹੈ। ਤੁਸੀਂ ਦੇਖੋ ਇਹ ਕਲਾ ਤਾਂ ਸਾਡੇ ਕੋਲ ਨੇਚਰਲੀ ਹੈ ਨਾ। ਜਦੋਂ ਇੱਕ ਬੱਚਾ ਜਨਮ ਲੈਂਦਾ ਹੈ, ਬੋਲਣ ਲੱਗਦਾ, 2-3 ਸਾਲ ਦਾ ਹੁੰਦਾ, ਤਾਂ ਸਹਿਜ ਹੀ ਉਹ ਸਵਾਲ ਪੁੱਟ ਕਰਨ ਲੱਗ ਜਾਂਦਾ। ਆਪਣੀ ਮਾਂ ਨੂੰ ਪੁੱਛਦਾ ਹੈ, ਮੰਮੀ ਇਹ ਇੱਦਾਂ ਕਿਵੇਂ? ਬਾਪੂ ਨੂੰ ਪੁੱਛਦਾ, ਘਰ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪੁੱਛਦਾ। ਤੇ ਜੇਕਰ ਉਦੋਂ ਅਸੀਂ ਕੋਈ ਸੰਤੁਸ਼ਟੀ ਨਹੀਂ ਕਰਾ ਸਕਦੇ, ਭਾਵ ਸੈਟਿਸਫੈਕਸ਼ਨ ਦੇ ਲਈ ਕੋਈ ਜਵਾਬ ਨਹੀਂ ਦਿੰਦੇ ਬੱਚੇ ਨੂੰ, ਤਾਂ ਜਿਉਂ ਹੀ ਬਚਪਨ ਖਤਮ ਹੁੰਦਾ ਤੇ ਉਹ ਜਵਾਨੀ ਦੀ ਦਹਲੀਜ਼ 'ਤੇ ਕਦਮ ਰੱਖਦਾ। 14-15 ਸਾਲ ਦੀ ਉਮਰ ਹੋਈ ਤੇ ਹੁਣ ਉਹ ਸਮਝਣਾ ਨਹੀਂ ਚਾਹੁੰਦਾ, ਹੁਣ ਉਹਦਾ ਸੁਭਾਅ ਨਹੀਂ ਹੈ ਇੱਦਾਂ ਦਾ। ਹੁਣ ਜੇ ਮਾਂ-ਬਾਪ ਲੈਕਚਰ ਵੀ ਦੇਣ ਤੇ ਉਹ ਸੁਣਦਾ ਨਹੀਂ। ਕਿਉਂ? ਕਿਉਂਕਿ ਜਦੋਂ ਸਿੱਖਣ ਦਾ ਸੁਭਾਅ ਸੀ, ਮਤਲਬ ਜੋ ਉਹ ਮਾਂ ਦੀ ਕੁੱਖ ਤੋਂ ਹੀ ਲੈ ਕੇ ਆਇਆ ਸੀ, ਮਤਲਬ ਨੇਚਰਲੀ ਸਾਡੇ ਅੰਦਰ ਸਿੱਖਣ ਦੀ ਕਲਾ ਕੁਦਰਤ ਨੇ ਭਰੀ ਹੋਈ ਹੈ, ਤੇ ਉਸ ਕਲਾ ਨੂੰ ਕਦੇ ਖਤਮ ਨਾ ਹੋਣ ਦਈਏ, ਮਤਲਬ ਆਪਣੇ ਅੰਦਰ ਦੇ ਬੱਚੇ ਨੂੰ ਮਰਨ ਨਾ ਦਈਏ। ਤੇ ਫਿਰ ਇਹ ਸਹਿਜ ਹੈ ਜਿਹੜਾ ਨਾ, ਇਹ ਬਚਿਆ ਰਹਿ ਸਕਦਾ ਹੈ। ਤੇ ਹਰ ਇੱਕ ਡਿਸੀਜ਼ਨ, ਹਰ ਇੱਕ
फैसला करन तो पहला थोड़ा जिहा रुक के सोच लीए इस फैसले दे नाल मेरा की भला होना है ते की बुरा होना है, मेरे परिवार का की फायदा होएगा ते की नुकसान होएगा, कि ये समाज दे असारू होने दे लई फैसला वधिया है जां नहीं वधिया, समाज नूं अगे वधाएगा ये फैसला जां फिर समाज गरकेगा। सो हर एक फैसले तो पहला सारी दुनिया साडे सामने होनी चाहिए है। सो साडा जिहड़ा नज़रिया वो इदां दा होना चाहिए, नहीं तो माफ करियो साडा मूड ही इदां दा हुंदा भी असीं दुनिया नूं भी उस एंगल दे नाल ही देखदे हां ना। जिवें एक कहावत है भी एक सत्थ दे विच बंदा जांदा है कोई ते वो संगीतकार है, म्यूजिक दे नाल प्रेम करदा है, ते जदों जाके बैठिया ना बोर्ड दा दरख्त लग्या होया है ते थल्ले पै के वो देख रहा है जदों पत्ते खड़कदे है हवा दे नाल, वो कहना देख कितना वधिया संगीत है, कितना कुदरत के अंदर भी म्यूजिक है ना, कितना वधिया संगीत पैदा हो रहा देख रहा हो। तो उत्थे कोई लक्कड़ वाला चलिया गया जिहड़ा लक्कड़ का धंधा करदा सी, लक्कड़ वेचदा सी, खरीददा सी। उन्हें जाके देखिया, वो कहंदा टाली बड़ी वधिया, इहदी लक्कड़ बड़ी वधिया, बड़ी सोहनी है, क्योंकि उहदा एंगल इदां दा है। तो हुण कोई साडे वर्गा उत्थे चलिया गया तां वो जाके जदों बैठे उत्थे वो खिजिया होया सी, घरों लड़ के आया, तो उन्हें जदों पत्तियां नूं देखिया वो कहंदा ये पत्ते भी आपस दे विच लड़ रहे ने, कहंदा बंदे तां लड़दे ही लड़दे ने, दरख्त भी लड़ी जांदे, इन्हां ने की लैणा देना एक दूजे दा। सो कहण तो मतलब है कि जिद्दां दे असीं होवांगे साडे लई दुनिया उदां दी ही बन जानी है। सो इस करके अपने इस पॉइंट ऑफ व्यू नूं असीं बदलीए, थोड़ा जिहा इदां दा नज़रिया लैके आए भी सहज दे नाल कोई भी फैसला असीं जल्दबाजी दे विच ना करिए, काली दे नाल ना करिए, गुस्से दे विच ना करिए, टिक के फैसले लैण दे आदी बणीए। जदों असीं टिक के फैसले लवांगे ना ठहरा दे नाल, तां फिर फ्रस्ट्रेशन साडी जिंदगी चों खत्म हो जानी है, जिहड़ी कन्फ्यूजन है वो खत्म हो जानी है, तो बड़े क्लीयर हो जाएंगे असीं अपनी जिंदगी के प्रति। नहीं तो तुसीं देखो ना, मैं यूट्यूब चैनल देखते हैं भी जिहड़ी गलबात कोई ज़्यादा फ्रस्ट्रेशन करदी है, मतलब वो गल्लां जिहड़ियां लोक लभाऊ ने उन्हां नूं देखण दे लई बहुत व्यू ने, वो चैनल कामयाब हो रहे हैं। तो जिथे कुछ सीखण दे लई मिल रहा है, जिथों कुछ जिंदगी च इंप्रूवमेंट करन दी गल हो रही है, अपने आप नूं डिवेलप होने की गल हो रही है, उत्थे बहुता देखना ही नहीं चाहते कोई। क्यों? कारण की है उहदा रीज़न, क्योंकि साडे अंदर ब्रेन दे विच इदां दे जिहड़े औगण ने वो भरे हुए है, तो असीं जो कुछ इत्थे भरिया होया उदां दा देख रहे हैं। क्योंकि जे इत्थे शांति होएगी तां असीं जो इन्फॉर्मेशन लैनी है वो भी शांति वाली होएगी। जे इत्थे फ्रस्ट्रेशन है फिर असीं देखना भी फ्रस्ट्रेशन है। साडे देखण साडे सुणन दे विच जो साडी मैमरी दे विच है उदां दा ही असीं देखना सुणना है। सो इस करके बड़ा लाजमी है कि अपनी ज़िंदगी के फैसले है जिहड़े वो रुक के करिए, तो अपने बच्चे दे अंदर जिहड़ा नेचरली उहदा सुभाਅ है सीखण दा वो मरण ना दईए। वो जदों तक वो है उदों तक सिखदा रहे, सीखण दी कला अखीर तक, मतलब जदों तक वो जिंदगी है ना उदों तक वो सीखण दी कला जिहड़ी वो होनी चाहिए है। समाज बदल रहा है, समाज दे नाल सोच भी बदलेगी, साडियां पीढ़ियां बदलणगीਆਂ, ते वो परंपरावां, वो मनौतां, वो मर्यादावां जिहड़ियां समां लंघा चुकीਆਂ ने, जिहड़ियां बीते समय दीयां ने, जो किसी समय लोड़ सी वो ने, उन्हां नूं वो पीढ़ियां चुनौतियां देणगीਆਂ, चैलेंज करनगीਆਂ। सो इस करके समय के अनुसार सानू बदलना पेगा, सानू देखना पैना कि अज समय की लोड़ की है, अज समाज नूं उसारू करन लई साडा बनदा की है। सो इधरले बन्ने सानू जाना पैना, क्योंकि असीं जिद्दां दे प्रोटोकॉल साडे सिख समाज दे बना के बैठे हैं ना, सिद्धांत बना के बैठे हैं, वो सिद्धांत समय समय दे नाल बदलाव मंगते हैं, समय समय दे नाल परिवर्तन मंगते हैं। क्योंकि नज़रिया जिहड़ा एक तरह का वो उन्हां दे विच वो परिवर्तन मंगते ने, बदलाव मंगते ने। क्यों? क्योंकि समाज बदल गया, समाज के बदलण दे नाल साडी हर एक जिहड़ी समस्या है वो भी बदल रही है, तो उस समस्या का हल भी बदलेगा। सो इस करके असीं सोचना है कि किस ढंग दे नाल, किस विਉਂਤ दे नाल असीं समाज नूं उसारू करके
ਅੱਗੇ ਲੈ ਕੇ ਜਾਈਏ, ਕਿਉਂਕਿ ਗੁਰੂ ਸਾਹਿਬਾਨਾਂ ਵੇਲੇ ਜਿਵੇਂ ਆਪਾਂ ਗੱਲ ਕਰੀਏ ਨਾ ਵੀ ਆਪਾਂ ਸ਼ਰਾਬ ਪੀਣੀ ਸੁਸਾਇਟੀ ਦੇ ਵਿੱਚ ਵਧੀਆ ਨਹੀਂ ਸਮਝਦੇ, ਆਪਾਂ ਸਮਾਜ ਦੇ ਅੰਦਰ ਇੱਦਾਂ ਹੀ ਆ ਵੀ ਸ਼ਰਾਬ ਪੀਣ ਵਾਲਾ ਜਿਹੜਾ ਨਸ਼ੇ ਕਰਦਾ ਹੈ, ਸੋ ਨਸ਼ੇ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਪਰ ਅੱਜ ਕਰੋਨਾ ਦੇ ਟਾਈਮ ਦੇ ਵਿੱਚ ਆਪਾਂ ਲੰਘ ਰਹੇ ਹਾਂ ਤਾਂ ਹਰ ਕਿਤੇ ਆਪਾਂ ਕਿਤੇ ਵੀ ਜਾਈਏ, ਬੈਂਕ ਦੇ ਵਿੱਚ ਚਲੇ ਜਾਓ, ਬਾਜ਼ਾਰ 'ਚ ਚਲੇ ਜਾਓ, ਕਿਸੇ ਦੁਕਾਨ 'ਤੇ, ਤਾਂ ਉਹ ਸੈਨੀਟਾਈਜ਼ਰ ਪਹਿਲਾਂ ਹੱਥਾਂ ਨੂੰ ਲਾਉਂਦੇ ਆ ਅਤੇ ਉਹਦੇ ਵਿੱਚ 70-80% ਅਲਕੋਹਲ ਹੈ। ਅਤੇ ਅੱਜ ਉਹ ਸਾਨੂੰ ਹੱਥਾਂ 'ਤੇ ਲਾਉਣੀ ਪੈ ਰਹੀ ਹੈ। ਕਿਉਂਕਿ ਅੱਜ ਉਹਦੀ ਜ਼ਰੂਰਤ ਹੈ। ਕਰੋਨਾ ਖਤਮ ਹੋ ਗਿਆ ਅਤੇ ਉਹਦੀ ਸੈਨੀਟਾਈਜ਼ਰ ਦੀ ਕੋਈ ਲੋੜ ਨਹੀਂ ਹੈ। ਸੋ ਇਸ ਕਰਕੇ ਗੁਰੂ ਸਾਹਿਬਾਨਾਂ ਦੇ ਸਮੇਂ ਜਿਵੇਂ ਉਦੋਂ ਦੇਖੋ ਵੀ ਉਹਨਾਂ ਨੇ ਕਿਹਾ ਵੀ ਝੂਠ ਨਾ ਸਕੋ, ਇੱਕ ਦੂਜੇ ਦੀ ਝੂਠ ਨਾ ਖਾਓ, ਸੂਆ ਸੂਦੀਆਂ ਬਿਮਾਰੀਆਂ ਨੇ ਉਹਨਾਂ ਸਮਿਆਂ 'ਚ ਵੀ, ਹੈ ਨਾ। ਅਤੇ ਜਦੋਂ ਕਰੋਨਾ ਨਹੀਂ ਸੀ ਉਦੋਂ ਵੀ ਤਾਂ ਮਤਲਬ ਸਕੂਲ ਦੇ ਵਿੱਚ ਜਦੋਂ ਬੱਚੇ ਬੈਠਦੇ ਸੀ ਤਾਂ ਟੀਚਰ ਆਖਦੇ ਸੀ ਵੀ ਤੁਸੀਂ ਇੱਕ ਦੂਜੇ ਨਾਲ ਖਾਣਾ ਆਪਣਾ ਸ਼ੇਅਰ ਕਰੋ, ਇੱਕ ਦੂਜੇ ਨਾਲ ਰਲ ਕੇ ਖਾਓ, ਵੰਡ ਕੇ ਖਾਓ, ਹੈ ਨਾ। ਪਰ ਜਦੋਂ ਅੱਜ ਬੱਚੇ ਇਕੱਠੇ ਹੁੰਦੇ ਆ, ਅੱਜ ਆਪਾਂ ਕਹਿੰਦੇ ਦੂਰ ਦੂਰ ਬੈਠੋ, ਅੱਜ ਤੁਸੀਂ ਇੱਕ ਦੂਜੇ ਦੇ ਹੱਥ ਦਾ ਪਾਣੀ ਨਾ ਪੀਓ ਕਿਉਂਕਿ ਵਾਇਰਸ ਚੱਲ ਰਿਹਾ। ਇਹ ਸਮੇਂ ਦੀਆਂ ਲੋੜਾਂ ਨੇ, ਅਤੇ ਸਮੇਂ ਕਰਕੇ ਜੋ ਉਦੋਂ ਲੋੜਾਂ ਸੀ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਨਜ਼ਰੀਏ ਦੇ ਨਾਲ ਉਹ ਦਿੱਤਾ, ਅਤੇ ਅੱਜ ਜੋ ਸਾਡੀਆਂ ਲੋੜਾਂ ਨੇ ਅਤੇ ਉਹਨੂੰ ਅਸੀਂ ਗਿਆਨ ਦੇ ਚਸ਼ਮੇ ਦੇ ਨਾਲ ਦੇਖਣਾ ਹੈ ਵੀ ਅੱਜ ਕੀ ਜ਼ਰੂਰੀ ਹੈ ਅਤੇ ਕੀ ਨਹੀਂ ਹੈ। ਕਿਹੜੀਆਂ ਲੋੜਾਂ ਨੇ ਜਿਹੜੀਆਂ ਸਮਾਜ ਨੂੰ ਜ਼ਰੂਰਤ ਆ, ਜਿਹੜੀਆਂ ਸਮਾਜ ਦੇ ਭਲੇ ਦੇ ਲਈ ਨੇ, ਜਿਹੜੀਆਂ ਸਮਾਜ ਨੂੰ ਅੱਗੇ ਵਧਾਉਣ ਵਿੱਚ ਸਹਾਇਕ ਨੇ। ਸੋ ਇਸ ਕਰਕੇ ਕੋਈ ਵੀ ਮਨੌਤ ਹੋਵੇ, ਕੋਈ ਵੀ ਵਿਸ਼ਵਾਸ ਹੋਵੇ ਜਿਹੜਾ ਸਮਾਜ ਦੇ ਵਿਕਸਿਤ ਹੋਣ 'ਚ, ਸਮਾਜ ਦੇ ਉਸਾਰੂ ਹੋਣ 'ਚ ਰੁਕਾਵਟ ਹੈ, ਉਹਨੂੰ ਨਾਲ ਲੈ ਕੇ ਚੱਲਿਆ ਨਹੀਂ ਜਾ ਸਕਦਾ। ਉਹਨੂੰ ਭਾਵੇਂ ਅਸੀਂ ਅੱਜ ਮੰਨ ਲਈਏ, ਅੱਜ ਸਵੀਕਾਰ ਕਰ ਲਈਏ, ਅਤੇ ਭਾਵੇਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਵੀਕਾਰ ਕਰੀਏ। ਅਤੇ ਕਪੂਰ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਸਮਾਜ ਬਦਲ ਰਿਹਾ ਅਤੇ ਜੇ ਅਸੀਂ ਆਪਣੀ ਸੋਚ ਨੂੰ ਉਸ ਬਦਲਾਅ ਤੋਂ ਪਹਿਲਾਂ ਬਦਲ ਲਵਾਂਗੇ ਤਾਂ ਚੰਗੇ ਰਵਾਂਗੇ, ਪਰ ਜੇ ਉਸ ਪਰਿਵਰਤਨ ਤੋਂ ਬਾਅਦ ਬਦਲਣਾ ਪਿਆ ਨਾ ਤਾਂ ਬੜਾ ਔਖਾ ਹੋ ਜਾਣਾ ਹੈ, ਬੜਾ ਮੁਸ਼ਕਲ ਹੋ ਜਾਣਾ ਹੈ। ਸੋ ਜਿਸ ਢੰਗ ਦੇ ਪਰਿਵਰਤਨ ਅਸੀਂ ਦੇਖ ਰਹੇ ਹਾਂ ਸਾਡੇ ਬੱਚਿਆਂ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸੋ ਉਹ ਪਰਿਵਰਤਨ ਸਾਡੀ ਸੋਚ ਦੇ ਵਿੱਚ ਵੀ ਆ ਜਾਣੇ ਲਾਜ਼ਮੀ ਨੇ, ਕਿਉਂਕਿ ਫਿਰ ਹੀ ਅੱਗੇ ਵਧਿਆ ਜਾ ਸਕਦਾ, ਫਿਰ ਹੀ ਵਿਕਾਸ ਕੀਤਾ ਜਾ ਸਕਦਾ ਹੈ। ਸੋ ਆਓ ਜਿੱਥੇ ਆਪਾਂ ਗੱਲ ਕਰ ਰਹੇ ਸੀ ਉੱਥੇ ਸੰਕੋਚੀਏ ਕਿ ਜਦੋਂ ਤੱਕ ਸਾਡੀ ਜ਼ਿੰਦਗੀ 'ਚ ਸਹਿਜ ਨਹੀਂ ਹੈ, ਟਿਕਾ ਨਹੀਂ ਹੈ, ਉਦੋਂ ਤੱਕ ਅਸੀਂ ਜ਼ਿੰਦਗੀ ਦਾ ਆਨੰਦ ਨਹੀਂ ਲੈ ਸਕਦੇ, ਤੱਤ ਨਹੀਂ ਮਿਲ ਸਕਦਾ ਸਾਨੂੰ। ਅਤੇ ਜਦੋਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਸਹਿਜ ਲੈ ਆਉਣੇ ਆ ਤਾਂ ਵੱਡੇ ਵੱਡੇ ਫੈਸਲੇ ਅਸੀਂ ਬੇਪਰਵਾਹੀ ਦੇ ਨਾਲ ਕਰ ਲੈਂਦੇ ਹਾਂ। ਵੱਡੇ ਫੈਸਲੇ ਅਸੀਂ ਬੇਪਰਵਾਹ ਹੋ ਕੇ ਨਿਡਰਤਾ ਦੇ ਨਾਲ ਆਪਣੀ ਜ਼ਿੰਦਗੀ 'ਚ ਕਰਕੇ ਫਿਰ ਪਛਤਾਵਾ ਨਹੀਂ ਰਹਿੰਦਾ ਕੋਈ, ਫਿਰ ਇੱਦਾਂ ਬਾਅਦ ਦੇ ਵਿੱਚ ਰੋਂਦੇ ਨਹੀਂ, ਰੋਣੇ ਨਹੀਂ ਪੱਲੇ ਰਹਿੰਦੇ ਫਿਰ। ਸੋ ਇਸ ਕਰਕੇ ਆਨੰਦ ਦੇ ਨਾਲ ਆਪਣੀ ਜ਼ਿੰਦਗੀ ਨੂੰ ਮਾਣੀਏ, ਸਹਿਜ ਲੈ ਕੇ ਆਈਏ, ਟਿਕਾ ਲੈ ਕੇ ਆਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।